सूबे ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਲੁਧਿਆਣਾ ਤੋਂ ਕਰਦੇ ਹਾਂ, ਜਿੱਥੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਪਹੁੰਚੇ, ਜਿਨ੍ਹਾਂ ਨੇ ਬੀਜੇਪੀ ਦੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਸਮ੍ਰਿਤੀ ਈਰਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ਤੇ ਧਾਰਾ 370 ਹਟਾਉਣ ਨੂੰ ਲੈ ਕੇ ਬੀਜੇਪੀ ਦੀ ਵੀ ਤਾਰੀਫ ਕੀਤੀ ਹੈ। ਸਮ੍ਰਿਤੀ ਈਰਾਨੀ ਨੇ सूबे ਦੀ ਕਾਂਗਰਸ ਸਰਕਾਰ ਤੇ ਤਿੱਖੇ ਸਿਆਸੀ ਸਵਾਲ ਕੀਤੇ ਨੇ। इस मौके उन्होंने कहा कि बीजेपी ने पंजाब दे लई कई वड्डे काम कीते ने। उन्होंने पंजाब दे वोटरां नूं बीजेपी नूं वोट पाउण दी अपील भी की है। आज मैं आपसे कहना चाहती हूं कि भारतीय जनता पार्टी के कर्मठ कार्यकर्ताओं का ये गौरव है कि प्रधानमंत्री जी की सरकार ने देवी शक्ति नामक एक प्रोजेक्ट को लॉन्च किया और अफगानिस्तान से 155 सिखों को हिंदुस्तान संरक्षित करके अगर किसी ने लौटाया तो भारतीय जनता पार्टी की सरकार ने लौटाया। इसीलिए आज जिस राम का आप नाम ले रहे हैं भाई साहब, जिस राम का आप नाम ले रहे हैं, राहुल गांधी की सरकार का जब यूपीए की सरकार थी, ये कहना था कि भगवान राम का कोई अस्तित्व ही नहीं है और प्रभु की लीला अपार है। जिस गांधी खानदान ने कोर्ट में दस्तावेज दे दिया कि राम लला का कोई अस्तित्व नहीं है, आज उन्हीं की औलादे जनेऊ कोट पर पहनकर मंदिर मंदिर घूम रही है। इसलिए आज जब प्रश्नों की एक झड़ी लेकर आई हूं तो कांग्रेस पार्टी से एक सवाल और करती हूं। जब यहां भारत मां की जय जयकार हुई तो उस मां भारती को एक तिरंगे, एक संविधान के नीचे सुरक्षित सुदृढ़ करने का संकल्प जो हिंदुस्तानियों का है, उस संकल्प में एक बाधा थी कि जम्मू कश्मीर में धारा 370 लागू थी। धारा 370 लागू होने की वजह से पंजाब के परिवारों का पार्टीशन के बाद क्या हश्र हुआ। 1,16,000 सिख रेफ्यूजी विभाजन के बाद पाकिस्तान से जम्मू कश्मीर गए। 70 साल की आजादी के बाद भी उनको उनका अधिकार नहीं मिला। ਕਾਂਗਰਸ ਦੇ ਅੰਦਰੂਨੀ ਹਾਲਾਤ, ਖਾਸ ਤੌਰ ਤੇ ਸੁਨੀਲ ਜਾਖੜ ਦੇ ਬਿਆਨਾਂ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਆਸਤ ਕਾਂਗਰਸ ਦੇ ਵਿੱਚ ਅੰਦਰੂਨੀ ਤੌਰ ਤੇ ਪੈਦਾ ਹੋਈ ਹੈ, ਇਸ ਬਾਬਤ ਜਾਣ ਲੈਂਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਕੋਲੋਂ। ਡੱਲਾ ਜੀ, ਕਿਵੇਂ ਦੇਖਦੇ ਹੋ ਸੁਨੀਲ ਜਾਖੜ ਦੇ ਬਿਆਨਾਂ ਤੋਂ ਬਾਅਦ ਕਿਸ ਤਰ੍ਹਾਂ ਦੀ ਅੰਦਰੂਨੀ ਸਿਆਸਤ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੇ ਵਿੱਚ? ਦੇਖੋ, ਜਾਖੜ ਬਿਆਨ ਕਰਨ ਦਾ ਮਤਲਬ ਇਹ ਹੈ ਕਿ ਸੁਨੀਲ ਜਾਖੜ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਟੈਲੀਵਿਜ਼ਨ ਚੈਨਲਾਂ 'ਤੇ ਜਿਹੜੇ ਬਿਆਨ ਦਿੱਤੇ ਸੀ ਕਿ ਮੈਨੂੰ ਇਸ ਕਰਕੇ ਨਹੀਂ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ। ਫਿਰ ਉਹਨਾਂ ਨੇ ਕਿਹਾ ਮੈਨੂੰ 42 ਵੋਟਾਂ ਪੈ ਗਈਆਂ, 42 ਵੋਟਾਂ ਪੈ ਗਈਆਂ। ਫਿਰ ਉਹਨਾਂ ਨੇ ਕਿਹਾ ਕਿ ਜਦੋਂ ਮੇਰਾ ਨਾਮ ਮੁੱਖ ਮੰਤਰੀ ਦੇ ਤੌਰ 'ਤੇ ਆਇਆ ਤੇ ਕੁਝ ਲੋਕਾਂ ਨੇ ਵਿਰੋਧ ਕਰਤਾ ਕਿ ਪੰਜਾਬ 'ਚ ਜੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਤਾ ਤਾਂ ਆਹ ਹੋ ਜੂ। ਮੈਂ ਉਹ ਸ਼ਬਦ ਹੂਬਹੂ ਨਹੀਂ ਵਰਤ ਰਿਹਾ ਕਿਉਂਕਿ ਉਹ ਸ਼ਬਦ ਮੈਨੂੰ ਲੱਗਦਾ ਸਮਾਜ 'ਚ ਨਹੀਂ ਜਾਣੇ ਚਾਹੀਦੇ। ਜਿਹੋ ਜਿਹੀ ਗੱਲ ਜਾਖੜ ਸਾਹਿਬ ਨੇ ਜਾਂ ਮੀਡੀਆ ਨੇ ਕਹੀ ਸੀ, ਜਾਖੜ ਸਾਹਿਬ ਨਹੀਂ ਕਹਿੰਦਾ, ਮੈਂ ਮੀਡੀਆ ਨੇ ਕਹੀ ਸੀ, ਪਰ ਹੋ ਸਕਦਾ ਜਾਖੜ ਸਾਹਿਬ ਨੇ ਨਾ ਕਹੀ ਹੋਵੇ, ਹੋ ਸਕਦਾ ਮੀਡੀਆ ਨੇ ਜਾਖੜ ਸਾਹਿਬ ਦੀ ਗੱਲ ਦਾ ਗਲਤ ਅਰਥ ਕੱਢਿਆ ਹੋਵੇ। ਕਿਉਂਕਿ ਇਹ ਵੀ ਅੱਜ ਕੱਲ੍ਹ ਹੋ ਜਾਂਦਾ ਨਾ, ਅੱਜ ਕੱਲ੍ਹ ਮੀਡੀਆ ਵੀ ਕਈ ਵਾਰੀ ਗਲਤ ਅਰਥ ਕੱਢ ਲੈਂਦਾ। ਕਈ ਵਾਰੀ ਲੀਡਰ ਵੀ ਕਹਿ ਦਿੰਦੇ ਨੇ ਵੀ ਮੀਡੀਆ ਨੇ ਸਾਡੀ ਗੱਲ ਦਾ ਗਲਤ ਅਰਥ ਕੱਢਿਆ। ਗੱਲ ਭਾਵੇਂ ਮੀਡੀਆ ਨੇ ਅਰਥ ਭਾਵੇਂ ਸਹੀ ਕੱਢਿਆ ਹੋਵੇ, ਸੋ ਇਹ ਕਾਲਾ ਮਾਲਾ ਜਿਹਾ ਰਹਿੰਦਾ। ਹੁਣ ਸੁਨੀਲ ਜਾਖੜ ਸਾਹਿਬ ਨੇ ਫਿਰ ਵਿੱਚ ਜੇ ਇਹ ਕਹਿਤਾ ਕਿ ਇੱਕ ਤਰੀਕੇ ਨਾਲ ਮੈਂ ਐਕਟਿਵ ਪੋਲੀਟਿਕਸ ਤੋਂ ਦੂਰ ਹਾਂ, ਜਦ ਕਿ ਸੁਨੀਲ ਜਾਖੜ ਸਾਹਿਬ ਦੇ ਬੋਰਡ ਛਪੀ ਜਾ ਰਹੇ ਨੇ, ਇਸ਼ਤਿਹਾਰ ਛਪੇ ਹੋਏ ਨੇ, ਉਹ 'ਚ ਜਾਖੜ ਸਾਹਿਬ ਦੀ ਫੋਟੋ ਹੈ। ਸੁਨੀਲ ਜਾਖੜ ਸਾਹਿਬ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸੀ ਕਾਂਗਰਸ ਵੱਲੋਂ। ਸੋ ਕਾਂਗਰਸ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੂੰ, ਚੋਣ ਕੰਪੇਨ ਕਮੇਟੀ ਦੇ, ਚੋਣ ਪ੍ਰਚਾਰ ਕਮੇਟੀ ਦੇ ਮੁਖੀ। ਸੋ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਚੋਣਾਂ 'ਚ ਪ੍ਰਚਾਰ ਕਰਨਾ ਹੈ, ਉਹ ਐਕਟਿਵ ਨਹੀਂ ਦਿਖ ਰਹੇ। ਉਹ ਕਹਿੰਦੇ ਮੈਂ ਇੱਕ ਤਰੀਕੇ ਨਾਲ ਐਕਟਿਵ ਪੋਲੀਟਿਕਸ ਤੋਂ ਸੰਨਿਆਸ ਲੈ ਲਿਆ। ਪਰ ਜਿੱਦਣ ਰਾਹੁਲ ਗਾਂਧੀ ਆਏ ਉਦਣ ਜਾਖੜ ਸਾਹਿਬ ਨੇ ਬੜਾ ਜ਼ਬਰਦਸਤ ਭਾਸ਼ਣ ਦਿੱਤਾ। ਸੋ ਇਸ ਕਰਕੇ ਮੈਂ ਇਹਨੂੰ ਬਿਆਨ ਕਾਂਡ ਦੀ ਸੰਗਿਆ ਦਿੱਤੀ कि समझ जे नहीं आए सुनील जाखड़ साहब के बयान जे 2-4 दिन जोड़े टीवियां टूवियां ते चलते रहे, उहदे नाल शहरी वोटर
ਜਿਹੜਾ ਵੋਟਰ ਸੁਨੀਲ ਜਾਖੜ ਸਾਹਿਬ ਦੇ ਭਾਈਚਾਰੇ ਨਾਲ ਸੰਬੰਧਿਤ ਹੈ, ਕਿਤੇ ਨਾ ਕਿਤੇ ਉਹਦਾ ਖਤਰਾ ਕਾਂਗਰਸ ਨੂੰ ਬਣਿਆ ਕਿਤੇ ਨਾ ਕਿਤੇ ਕਿ ਉਹ ਦੂਰ ਹੋ ਸਕਦੇ ਨੇ ਕਾਂਗਰਸ 'ਚ, ਕਿਤੇ ਨਾ ਕਿਤੇ ਉਹਨਾਂ 'ਚ ਨਾਰਾਜ਼ਗੀ ਆ ਸਕਦੀ ਜਾਖੜ ਸਾਹਿਬ ਦੀਆਂ ਗੱਲਾਂ ਸੁਣ ਕੇ। ਜਦਕਿ ਲਗਾਤਾਰ ਕਾਂਗਰਸ ਦੀ ਕੋਸ਼ਿਸ਼ ਸੀ ਕਿ ਅਸੀਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਰੱਖੀਏ, ਇੱਕ ਪਾਸੇ ਚਰਨਜੀਤ ਚੰਨੀ ਹੈ, ਇੱਕ ਪਾਸੇ ਸੁਨੀਲ ਜਾਖੜ ਹੈ। ਬੀਜੇਪੀ ਆਗੂ ਤਰੁਣ ਚੁੱਗ ਮੀਡੀਆ ਦੇ ਰੂਬਰੂ ਹੋਏ ਅਤੇ ਉਹਨਾਂ ਨੇ ਸੀਐਮ ਚੰਨੀ ਦੀ ਸੰਪत्ति ਨੂੰ ਲੈ ਕੇ ਹੈਰਾਨੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤਰੁਣ ਚੁੱਗ ਨੇ ਸੂਬਾ ਸਰਕਾਰ ਦੇ ਉੱਪਰ ਕਈ ਤਿੱਖੇ ਸਿਆਸੀ ਸਵਾਲ ਖੜੇ ਕੀਤੇ ਨੇ। ਤਰੁਣ ਚੁੱਗ ਨੇ ਇਸ ਮੌਕੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਸੂਬੇ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਨੇ ਦਿਲ ਜਿੱਤ ਲਿਆ ਹੈ ਅਤੇ ਲੋਕ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਨੂੰ ਸਮਰਥਨ ਦੇਣਗੇ। ऐसा है कि बड़ी ही हैरानी वाली गल है कि नरेंद्र मोदी जी की डिक्शनरी पंजाब के अंदर 1 करोड़ 42 लाख लोग गरीबी रेखा च ने, जिन्हां दे घर फ्री राशन भेजा जा रहा है। लेकिन मैं हैरान हाँ कि राहुल गांधी जी की गरीबी की डेफिनेशन 170 करोड़ का मालक पंजाब का मुख्यमंत्री चरणजीत सिंह चन्नी है, जिनको 170 करोड़ रुपए ने, उन्होंने राहुल गांधी जी गरीब कह रहे हैं। राहुल गांधी जी पंजाब की जनता जान चुकी है, असली चेहरा पहचान चुकी है। तुसीं जिन्हों मर्जी कैंडिडेट बनाओ, लेकिन पंजाब के गरीबों का मजाक ना उड़ाओ। ऐसा है कि बड़ी स्पष्टता के नाल दिस चुका है और खुद उन्होंने रिश्तेदार मान चुके हैं कि पैसा 10.5 करोड़ बदला और बदली का सी। पंजाब दे 111 दिनों की सरकार बदला और बदली की सरकार सी। 111 दिनों की सरकार प्रधानमंत्री की सुरक्षा के अंदर भेद पैदा करने वाली सरकार। 111 दिनों की चन्नी की सरकार का मतलब है हिंदुस्तान की हिस्टरी 'च लिखा जाएगा कि किहो जिहा मुख्यमंत्री आया सी जिहड़ा देश के प्रधानमंत्री की सुरक्षा 'च चूक करता सी, जो ऐसा मुख्यमंत्री आया सी जिहड़ा देश के प्रधानमंत्री के खिलाफ जिहड़ा खूनी षड्यंत्र होया ਉਹਦਾ भी हिस्सेदार सी। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਨੂੰ ਪੁਲਿਸ ਵੱਲੋਂ ਰਿਹਾ ਕਰ ਦਿੱਤਾ ਗਿਆ। ਇੱਕ ਲੜਾਈ ਝਗੜੇ ਦੇ ਮਾਮਲੇ ਨੂੰ ਲੈ ਕੇ ਸਿਮਰਜੀਤ ਬੈਂਸ ਦੀ गिरफ्तारी की गई सी। इस मौके अपने समर्थकों को संबोधन करदਿਆਂ सिमरजीत बैंस ने शांति दे नाल चोण प्रचार करने का सुनेहा दिता है। मेरी सारे दोस्तों को अपील ते बेनती है, काइंडली पीस बनाई रखो, शांति दे नाल चोण प्रक्रिया रिस्पैक्टफुल तरीके दे नाल तुसीं अपना चोण प्रचार करो। ਇਹਦੇ आखे ला के कोई लड़ाई ना करो। ये हत्थां दीआं पाइयां मुड़ के दंदां नाल नहीं खुलदियां। हुण FIR दर्ज करा लई, मैं शामिल तफ्तीश हो गया, मैं सारी पुलिस नूं सच्चाई दस दित्ती। मैं इलैक्शन कमिशन ते पुलिस का भी धन्नवादी हाँ, देर आए दुरुस्त आए, साडी गल सुण तां लई ना भी भाई सच्चाई की आ। सो इस करके असीं चाहुंदे आ कि 10 दिन अमन शांति ते प्यार ये बरकरार रहे। रुंडी मार के कदे वोटर जितन दिंदा इदां? वोट जिहदा मन करदा जिहदा मर्जी लावे, किसी ने एक लाया उत्थे जाके तुसीं अपने 10 ला दिओ आले दुआले। ये काहदी यार लड़ाई है। और मूँह की बवासीर, फिर लोग वो दवाई मल देंगे आ बवासीर के उत्ते। मूँह की बवासीर आ, बू बू करता फिरदा, सानू पता जिड्डे क जोगा ये हैगा। बंदा बन के चोण लड़े, लोगों ने फैसला करना किहनूं जिताउणा ते किहनूं हराउणा, किहदी जमानत जब्त कराउणी आ ते किहनूं किहदी औकात दिखाउणी आ, वोटर ने तय करना। ਚੰਡੀਗੜ੍ਹ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਨੂੰ ਰਾਜੀਵ ਸ਼ੁਕਲਾ ਅਤੇ ਪਵਨ ਖੇੜਾ ਵੱਲੋਂ ਸੰਬੋਧਨ ਕੀਤਾ ਗਿਆ। ਸੀਐਮ ਚੰਨੀ ਦੇ ਕਾਰਜਕਾਲ ਨੂੰ ਲੈ ਕੇ ਪਵਨ ਖੇੜਾ ਤੇ ਰਾਜੀਵ ਸ਼ੁਕਲਾ ਨੇ ਇਸ ਦੀ ਤਾਰੀਫ ਕੀਤੀ ਹੈ ਅਤੇ ਸੀਐਮ ਚੰਨੀ ਦੇ ਕਾਰਜਕਾਲ ਨੂੰ ਬਿਹਤਰ ਕਾਰਜਕਾਲ ਦੱਸਿਆ ਹੈ। ਉਹਨਾਂ ਕਿਹਾ ਬਹੁਤ ਘੱਟ ਸਮੇਂ ਦੇ ਵਿੱਚ ਸੀਐਮ ਚੰਨੀ ਨੇ ਵੱਡੇ ਕੰਮ ਕੀਤੇ ਨੇ ਅਤੇ 111 ਦਿਨਾਂ ਦੇ ਵਿੱਚ ਇੰਨਾ ਜ਼ਿਆਦਾ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਹੈ। यही मैं पंजाब की जनता से चाहता हूं कि 5 साल चन्नी जी को और दे दो। जब जो व्यक्ति 111 दिन में इतने काम कर सकता है तो अगले 5 साल में वो पंजाब को सजाने संवारने के लिए, तरक्की के लिए क्या क्या करेगा उसका अंदाजा भी वो लोग नहीं लगा सकते हैं। तो उन्हें 5 साल का मौका अगर चन्नी जी को दोबारा देंगे तो ये पंजाब जो है फिर से अपनी उसी शान और शौकत को प्राप्त होगा जिसके लिए पंजाब जाना जाता था, सोने का कटोरा। तो ये पंजाब जो है आप देखना कि अगर 5 साल के लिए पंजाब की जनता चन्नी जी को मौका देती है तो पंजाब की तस्वीर और तकदीर एकदम बदल जाएगी।
और चन्नी जी की सरकार समाज के सभी वर्ग के हित के लिए काम कर रही है, चाहे जो वर्ग हो। और कांग्रेस की भी यही नीति है कि हम सब समाज के सब वर्ग को साथ लेके चलते हैं और सबके लिए काम करते हैं। हमारे लिए कोई भेदभाव नहीं, हम कोई आपस में बंटवारा फर्क नहीं करते। और एक चीज मैं विशेष रूप से यहां कहना चाहता हूं इस प्रेस कॉन्फ्रेंस में कि कांग्रेस पार्टी किसी भी कीमत पर, कितनी भी लोग अटकलें लगाएं, किसी भी कीमत पे पंजाब में आतंकवाद लौटने नहीं देगी। कांग्रेस पार्टी ने यहां से आतंकवाद खत्म किया है, यहां के लोगों ने कुर्बानी दी है। सरदार बेअंत सिंह की कुर्बानी हुई, कितने कांग्रेस नेताओं की कुर्बानी हुई। तो हम कितनी भी लोग अटकलें लगाएं, कितने भी लोग अंदर अंदर कुछ राजनीतिक दल इस तरह के कट्टरपंथियों से ताल्लुक रखें, लेकिन कांग्रेस पार्टी पंजाब में आतंकवाद वापस नहीं देगी, आने नहीं देगी, ये हमारा वादा है। पंजाब वैसे ही शांत प्रिय रहेगा जैसे कांग्रेस सरकार के जमाने में रहा है। ਤੇ ਉਧਰ ਕਾਂਗਰਸ ਦੇ ਸੀਨੀਅਰ ਆਗੂ ਸੰਜੇ ਨਿਰੂਪਮ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਸੰਜੇ ਨਿਰੂਪਮ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ। ਇਸ ਦੇ ਨਾਲ ਹੀ ਕਰੋਨਾ ਕਾਲ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਉੱਪਰ ਵੀ ਉਹਨਾਂ ਵੱਡੇ ਸਵਾਲ ਖੜੇ ਕੀਤੇ ਨੇ। मोदी जी कांग्रेस की आलोचना करने के क्रम में देश के गरीब मजदूर जिनको एक भयंकर पीड़ा हुई थी, आज तक उबर नहीं पाए हैं, ऐसे मजदूरों पर जुल्म किया, अत्याचार किया और उनको बदनाम किया है। ऐसे प्रधानमंत्री जी को अपना बयान वापस लेना चाहिए। प्रधानमंत्री जी को ऐसे मजदूरों से माफी मांगनी चाहिए। हम डिमांड करते हैं कांग्रेस पार्टी की तरफ से कि 7 फरवरी को लोकसभा में जो आपने इस देश के करोड़ों माइग्रेंट लेबर का नाम खराब किया अपने चुनावी फायदा के लिए और कांग्रेस को बदनाम करने के लिए, आपने इस देश के करोड़ों गरीब मजदूरों को जो बदनाम किया है, उनका अपमान किया है, उसके लिए प्रधानमंत्री नरेंद्र मोदी को देश के मजदूरों से माफी मांगनी चाहिए, हमारी डिमांड है। उसके बाद 2-3 फेज हुए, उसमें क्या क्या हुआ सबको मालूम है। कभी ऑक्सीजन की कमी, कभी कुछ, पता नहीं कितने लोग मरे गए। मैं जानना चाहता हूं कि सरकार बताए कितने श्रमिक उस समय माइग्रेट हुए थे। जो माइग्रेट हुए उनके जीवन स्थिति क्या है, अभी उनकी रोजी रोटी की स्थिति क्या है, उनको वापस नौकरी मिली नहीं मिली, वो गांव में हैं, नरेगा के जरिए कमा रहे हैं या वहां भूखे मर रहे हैं। इस पूरे माइग्रेशन के समय कितने मजदूरों की मृत्यु हुई। इन मजदूरों की मदद के लिए सरकार ने क्या किया? ठीक है, हमने उनके खाने का इंतजाम किया, हमने टिकट का इंतजाम किया, जो कायदे से सरकार का काम था। लेकिन जब देश में संकट आता है तो हम सरकार का इंतजार नहीं करते, हम खुद सब लग जाते हैं। ये इस देश की परंपरा रही है। तो सरकार को मजदूरों को दोषी ठहराने, उनको बदनाम करने के बजाय मजदूरों की सेवा के लिए, मजदूरों के उत्थान के लिए, कल्याण के लिए क्या किया, इस बारे में बताना चाहिए, इस बारे में बताकर के सामने आना चाहिए। ऐसी हम अपेक्षा करते हैं और उम्मीद करते हैं कि प्रधानमंत्री नरेंद्र मोदी अपनी नाकामयाबियों को, अपनी सरकार की नाकामयाबियों को छुपाने के लिए आइंदा इस प्रकार की हरकत नहीं करेंगे। जो ऑलरेडी कष्ट में है, तकलीफ में है, छोटे छोटे और मध्यम दर्जे के जो उद्योग हैं वो लगभग बंद हो चुके हैं। ਬਰਿੰਦਰ ਢਿੱਲੋਂ ਦੁਆਰਾ ਵੀ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਬਰਿੰਦਰ ਢਿੱਲੋਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਘਿਰਾਓ ਕੀਤਾ। ਬਰਿੰਦਰ ਢਿੱਲੋਂ ਨੇ ਸਵਾਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹੀ ਉਮੀਦਵਾਰਾਂ ਨੂੰ ਨਹੀਂ ਸੰਭਾਲ ਸਕੀ ਤੇ ਪੰਜਾਬ ਕਿਸ ਤਰ੍ਹਾਂ ਸੰਭਾਲੇਗੀ। ਆਓ ਆਪਾਂ ਜੋ ਤੁਸੀਂ ਜਾ ਕੇ ਪਿੰਡਾਂ 'ਚ ਗੱਲ ਕਰਦੇ ਹੋ, ਆਓ ਆਪਾਂ ਓਪਨਲੀ ਬਹਿ ਕੇ, ਤੁਸੀਂ ਵੀ ਬੈਠੋ, ਜਾਵੇ ਇਹਨਾਂ ਨੇ ਕਿਹਾ ਤੁਸੀਂ ਵੀ ਆਪਣੇ ਸਮਰਥਕ ਭੇਜ ਦਿਓ, ਅਸੀਂ ਵੀ ਭੇਜ ਦਿੰਦੇ ਆ, ਅਸੀਂ ਆਪ ਆ ਜਾਂਦੇ ਆ, ਖੁਦ ਬਹਿ ਕੇ ਗੱਲ ਕਰ ਲੈਂਦੇ ਆ ਔਰ ਬਹਿ ਕੇ ਗੱਲ ਨੂੰ ਇੱਕ ਵਾਰ ਵਨਸ ਫॉर ਆਲ ਸੱਚ ਝੂਠ ਸਾਹਮਣੇ ਕਰੀਏ। ਤੁਸੀਂ ਝੂਠਾ ਪ੍ਰਚਾਰ ਕਿਉਂ ਕਰਦੇ ਹੋ? ਜਿਹੜਾ ਅੱਜ ਹੀ ਝੂਠਾ ਪ੍ਰਚਾਰ ਕਰਦਾ ਅੱਗੇ ਜਾ ਕੇ ਕੀ ਕਰੂ? ਅੱਜ ਹੀ ਝੂਠ ਦੇ ਪਲੰਦੇ ਬੰਨੀ ਜਾਂਦਾ, ਨਾ ਕੋਈ ਸੱਚਾਈ, ਨਾ ਕੋਈ ਗੱਲ, ਨਾ ਕੋਈ ਬਾਤ। ਲੇਕਿਨ ਚਲੋ ਇਹ ਵੱਖਰੀ ਗੱਲ ਆ, ਆਪਾਂ ਮੁੱਦਿਆਂ ਤੋਂ ਡਿਵਰਟ ਨਾ ਹੋਈਏ। ਅਗਰ ਇਸ ਚੀਜ਼ ਵਿੱਚ ਪੈ ਜਾਵਾਂਗੇ ਨਾ ਇੱਕ ਦੂਜੇ ਤੇ ਐਲੀਗੇਸ਼ਨਸ ਤੇ ਔਰ ਇੱਕ ਦੂਜੇ ਨੂੰ ਮੰਦਾ, ਇਹਦੇ ਨਾਲ ਵੋਟਾਂ ਨਹੀਂ ਲੈਣੀਆਂ, ਵੋਟਾਂ ਲੈਣੀਆਂ ਮੁੱਦਿਆਂ। ਵੋਟਾਂ ਮੇਰੀ ਸੋਚ ਕੀ ਆ, ਮੇਰਾ ਪਿਛੋਕੜ ਕੀ ਆ, ਮੈਂ ਕਿੱਥੋਂ ਆਇਆ, ਕਿਵੇਂ ਕੀਤਾ, ਕਿਵੇਂ ਰਾਜਨੀਤਿਕ ਸਫ਼ਰ ਤੈਅ ਕੀਤਾ, ਕਿਸ ਤਰੀਕੇ ਨਾਲ ਮੈਂ ਵੋਟ ਮੰਗਣਾ ਚਾਹੁੰਦਾ। ਮੈਂ ਕਹਿੰਦਾ ਵੋਟ ਮੰਗਣੀ ਚਾਹੀਦੀ ਆ। ਅੱਜ ਜੋ ਬੁਨਿਆਦੀ ਢਾਂਚਾ ਵਾ ਸਕੂਲਾਂ ਦਾ, ਉਹਨੂੰ ਕਿਵੇਂ ਠੀਕ ਕਰੀਏ। ਅੱਜ ਕਿਵੇਂ ਨੌਜਵਾਨ ਮੁੰਡਾ ਇੱਥੇ ਪੜ੍ਹ ਰਿਹਾ, ਨੌਜਵਾਨ ਹਰਿਆਣੇ 'ਚ ਪੜ੍ਹ ਰਿਹਾ, ਨੌਜਵਾਨ ਨੰਗਲ 'ਚ ਪੜ੍ਹ ਰਿਹਾ, ਨੌਜਵਾਨ ਕਿਵੇਂ
ਚੰਡੀਗੜ੍ਹ 'ਚ ਪੜ੍ਹ ਰਹੇ ਨੌਜਵਾਨਾਂ ਕੰਪੀਟ ਕਰੇ। ਅੱਜ ਅਗਰ ਇੱਥੋਂ ਬੁਨਿਆਦੀ ਢਾਂਚਾ ਕਮਜ਼ੋਰ ਹੋਊਗਾ ਤਾਂ ਜਦੋਂ ਕਾਲਜਾਂ 'ਚ ਜਾਓਗੇ, ਜਦੋਂ ਯੂਨੀਵਰਸਿਟੀਆਂ ਜਾਓਗੇ ਤੇ ਆਪਣੇ ਆਪ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਆ ਉਸ ਹਿਸਾਬ ਦੀ ਨਹੀਂ ਹੋਊਗੀ। ਅਗਰ ਆਪਾਂ ਇਸ ਚੀਜ਼ ਨੂੰ ਸਹੀ ਕਰਨਾ ਵਾ, ਅਗਰ ਆਪਾਂ ਇਸ ਚੀਜ਼ ਨੂੰ ਦਰੁਸਤ ਕਰਨਾ ਵਾ ਤੇ ਵਿਧਾਨ ਸਭਾ ਦੇ ਵਿੱਚ ਮੰਤਰੀਆਂ ਦੇ ਨਾਲ, ਮੁੱਖ ਮੰਤਰੀਆਂ ਦੇ ਨਾਲ ਇਹ ਗੱਲਾਂ ਕਰਨੀਆਂ ਪੈਣਗੀਆਂ। ਵਿਧਾਨ ਸਭਾ ਜਾ ਕੇ ਤੁਹਾਨੂੰ ਰੁਜ਼ਗਾਰ ਦਾ ਮੁੱਦਾ ਚੱਕਣਾ ਪਊਗਾ। ਬਾਰ-ਬਾਰ ਜਦੋਂ ਸਰਕਾਰ ਕੋਈ ਪਾਲਿਸੀ ਬਣਾਵੇ ਉਹਦੇ ਵਿੱਚ ਰੁਜ਼ਗਾਰ ਦੀ ਗੱਲ ਕਰਨੀ ਪਊਗੀ ਵੀ ਆਹ ਪਾਲਿਸੀ ਤੁਸੀਂ ਬਣਾਈ ਆ ਸਰਕਾਰ ਨੇ, ਦੱਸੋ ਇਹਦੇ ਨਾਲ ਕਿੰਨੇ ਰੁਜ਼ਗਾਰ ਪੈਦਾ ਹੋਣਗੇ, ਦੱਸੋ ਕਿਵੇਂ ਕਿਵੇਂ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ। ਇਹ ਸਾਰੀਆਂ ਮੁੱਦਿਆਂ ਦੇ ਉੱਤੇ ਡਿਸਕਸ਼ਨ ਜਦੋਂ ਹੋਊਗੀ, ਜਦੋਂ ਵਿਧਾਨ ਸਭਾ ਦੇ ਵਿੱਚ ਆਹ ਇਸ਼ੂਜ਼ ਡੋਮੀਨੇਟ ਕਰਨਗੇ। ਔਰ ਇਹ ਤਾਂ ਹੀ ਕਰਨਗੇ ਅਗਰ ਆਪਾਂ ਇਲੈਕਸ਼ਨ ਸਪੀਚਾਂ 'ਚ ਜਦੋਂ ਆਪਾਂ ਲੋਕਾਂ ਦੇ ਵਿੱਚ ਜਾਂਦੇ ਆ ਉਦੋਂ ਆਪਾਂ ਜਾ ਕੇ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ। ਅਗਰ ਆਪਾਂ ਇੱਕ ਦੂਜੇ ਤੇ ਬਿਆਨਬਾਜ਼ੀ ਕਰਨੀ ਆ ਜਾਂ ਦੂਸ਼ਣਬਾਜ਼ੀ ਕਰਨੀ ਆ ਜਾਂ ਆਪਣੀ ਇੱਕ ਦੂਜੇ ਨੂੰ ਮੰਦਾ ਬੋਲ ਕੇ ਆਪਾਂ ਵੋਟਾਂ ਲੈਣੀਆਂ ਤੇ ਕਦੀ ਵੋਟਾਂ ਫਿਰ ਅੱਗੇ ਜਦੋਂ ਵੋਟਾਂ ਪੈ ਜਾਣਗੇ ਉਸ ਤੋਂ ਬਾਅਦ ਵੀ ਇਹੀ ਮੁੱਦੇ ਆਉਣਗੇ। ਸਰਦਾਰ ਚਰਨਜੀਤ ਸਿੰਘ ਚੰਨੀ ਨੇ 111 ਦਿਨ ਉਹਨਾਂ ਨੇ ਨਹੀਂ ਵੇਖਿਆ, ਉਹਨਾਂ ਨੇ 111 ਦਿਨ ਕੰਮ ਕਰਕੇ ਵਿਖਾਇਆ। ਉਹਨਾਂ ਨੇ ਇਹ ਨਹੀਂ ਵੇਖਿਆ ਦਿਨ ਆ ਕਿ ਰਾਤ ਆ, ਕੰਮ ਬੋਲਣਾ ਚਾਹੀਦਾ। ਤੇ ਉਧਰ ਬੀਜੇਪੀ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਨੂੰ ਰਾਸ਼ਟਰੀ ਪ੍ਰਵਕਤਾ ਸਾਜ਼ੀਆ ਇਲਮੀ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਸਾਜ਼ੀਆ ਇਲਮੀ ਨੇ ਆਮ ਆਦਮੀ ਪਾਰਟੀ ਉੱਪਰ ਟਿਕਟਾਂ ਨੂੰ ਵੇਚਣ ਦੇ ਇਲਜ਼ਾਮ ਲਗਾਏ ਨੇ। ਸਾਜ਼ੀਆ ਇਲਮੀ ਨੇ ਅਰਵਿੰਦ ਕੇਜਰੀਵਾਲ ਉੱਪਰ ਅੰਨਾ ਹਜ਼ਾਰੇ ਨਾਲ ਧੋਖਾ ਕਰਨ ਦੇ ਇਲਜ਼ਾਮ ਵੀ ਇਸ ਮੌਕੇ ਲਗਾਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ। ਹਲਕਾ ਸ਼੍ਰੀ ਹਰਗੋਬਿੰਦਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ, ਜਿੱਥੇ ਉਹਨਾਂ ਨੇ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਤੇ ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਵੇਲੇ ਕੀਤੇ ਵਿਕਾਸ ਕੰਮਾਂ ਨੂੰ ਵੀ ਲੋਕਾਂ ਨੂੰ ਜਾਣੂ ਕਰਵਾਇਆ। ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ, ਹਲਕਾ ਵਾਈ ਜਾਂਦੇ, ਪਿੰਡਾਂ ਜਾਂਦੇ, ਲੋਕਾਂ ਦੀਆਂ ਤਕਲੀਫਾਂ ਸੁਣਦੇ, ਨਾਲ ਦੇ ਨਾਲ ਹੱਲ ਕਰਦੇ। ਤਾਈਓ ਤੁਸੀਂ ਦੇਖਿਆ ਹੋਣਾ ਕਿ ਜਿੰਨੀ ਤਰੱਕੀ ਪੰਜਾਬ 'ਚ ਆਈ ਉਦੋਂ ਹੀ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਿਹੜੀ ਬਿਜਲੀ ਆਪਾਂ ਘਰਾਂ 'ਚ ਆਉਂਦੀ ਹੈ, ਆ ਥਰਮਲ ਪਲਾਂਟਾਂ 'ਚ ਆਉਂਦੀ ਹੈ ਤੇ ਡੈਮਾਂ 'ਚ ਆਉਂਦੀ ਹੈ। ਜਿੰਨੇ ਥਰਮਲ ਪਲਾਂਟ ਪੰਜਾਬ 'ਚ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਹੈ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ। ਜਿੰਨੇ 에ਅਰਪੋਰਟ ਆਪਣੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ। ਆ 4 ਤੇ 6 ਲੇਨ ਦੀਆਂ ਚੌੜੀਆਂ ਸੜਕਾਂ ਪੰਜਾਬ 'ਚ ਜਾ ਕੇ ਦੇਖੋ। ਅੱਜ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਆ, ਜਦੋਂ ਪਹਿਲੇ ਜਾਂਦੇ ਹੁੰਦੇ ਸੀ ਕੀ ਬੁਰਾ ਹਾਲ ਸੀ, ਤੇ ਅੱਜ ਦੇਖੋ ਸੜਕਾਂ ਦਾ ਕਿਹੜਾ ਜਾਲ ਵਿਛਾਇਆ। ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ। ਕਿਸਾਨੀ ਸੰਘਰਸ਼ ਚੱਲਿਆ, ਕਿਸ ਮੁੱਦੇ ਤੇ ਚੱਲਿਆ ਕਿ ਆਪਣੀ ਐਮਐਸਪੀ ਫਸਲਾਂ ਦੀ ਕਾਇਮ ਰਹੇ। ਸਭ ਤੋਂ ਪਹਿਲੇ ਐਮਐਸਪੀ ਕਿਹਨੇ ਲਾਗੂ ਕਰਾਈ? ਸ਼੍ਰੋਮਣੀ ਅਕਾਲੀ ਦਲ ਨੇ। ਜਦੋਂ ਪਹਿਲੀ ਸਰਕਾਰ ਸੀ ਅਕਾਲੀ ਮੋਰਚੇ ਨੇ ਲਾਇਆ ਤੇ ਸੈਂਟਰ ਦੀ ਹਕੂਮਤ ਨੂੰ ਮਜਬੂਰ ਕਰਕੇ ਐਮਐਸਪੀ ਲਾਗੂ ਕਰਾਈ। ਦੂਜੀ ਕਿਸਾਨਾਂ ਦੀ ਸਮੱਸਿਆ ਸੀ ਕਿ ਆ ਕਾਨੂੰਨ ਜੇ ਬਣ ਜਾਣਗੇ ਆਪਣੀਆਂ ਮੰਡੀਆਂ ਖਤਮ ਹੋ ਜਾਣਗੀਆਂ। ਅੱਜ ਜਿੰਨੀਆਂ ਮੰਡੀਆਂ ਪੰਜਾਬ 'ਚ ਹੈ, ਤਕਰੀਬਨ 2200 ਮੰਡੀ ਪੰਜਾਬ 'ਚ ਹੈ, 2100 ਮੰਡੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ। ਉਧਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਵੱਲੋਂ ਸੰਬੋਧਨ ਕੀਤਾ ਗਿਆ। ਹਰਚਰਨ ਬੈਂਸ ਨੇ ਆਮ ਆਦਮੀ ਪਾਰਟੀ ਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ। ਇਸ ਮੌਕੇ ਉਹਨਾਂ ਕਾਰਪੋਰੇਟ ਦੀ ਫੰਡਿੰਗ ਦੇ ਨਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਆਪ ਤੇ ਇਲਜ਼ਾਮ ਲਗਾਏ ਨੇ। ਅਸੀਂ ਬੱਸਸ ਪ੍ਰਾਈਵੇਟ ਜਿਹੜੀਆਂ ਨੇ ਉਹ ਤੋੜ ਕੇ ਇੱਥੇ ਸਰਕਾਰੀ ਬੱਸਸ ਲਿਆਵਾਂਗੇ, ਪੰਜਾਬ ਰੋਡਵੇਜ਼ ਨੂੰ ਲਿਆਵਾਂਗੇ। ਅਸੀਂ ਇੱਥੇ ਲਿਕਰ ਜਿਹੜਾ ਉਹ ਵੀ ਅਸੀਂ ਉਹਦੀ ਪਬਲਿਕ ਡਿਸਟ੍ਰੀਬਿਊਸ਼ਨ ਕਰਾਂਗੇ। ਆ ਠੇਕੇ ਜਿਹੜੇ ਦੂਸਰੇ ਮਾਫੀਆ ਨੂੰ ਬੰਦ ਕਰਾਂਗੇ। ਇਹ ਕਹਿ ਰਹੇ ਨੇ ਨਾ ਸਾਰਾ ਕੁਝ। ਅਸਲ ਦੇ ਵਿੱਚ ਅਰਵਿੰਦ ਕੇਜਰੀਵਾਲ ਸ਼ੁਰੂ ਤੋਂ ਹੀ ਐਂਟੀ ਸਿੱਖ ਲੌਬੀ, ਜਿਹੜੀ ਕਿ ਸਿੱਖਾਂ ਨੂੰ ਨਫ਼ਰਤ ਕਰਦੀ ਹੈ, ਉਹਨਾਂ ਦੀ ਇਹ ਉਪਜ ਹੈ। ਔਰ ਮੈਂ ਤੁਹਾਨੂੰ ਸਬੂਤ ਦਊਂਗਾ ਇਸ ਗੱਲ ਦੇ। ਔਰ ਦੂਸਰਾ, ਇਹ
ਜਿਹੜੇ ਕਾਰਪੋਰੇਟ ਹਾਊਸਸ ਨੇ ਉਹਨਾਂ ਦੀ ਫੰਡਿੰਗ ਨਾਲ ਪੂਰੀ ਜਿਹੜੀ ਪਬਲਿਸਿਟੀ ਕੈਂਪੇਨ ਚੱਲ ਰਹੀ ਹੈ, ਤੁਸੀਂ ਦੇਖ ਰਹੇ ਹੋ 1200 ਕਰੋੜ ਤੋਂ ਸ਼ਾਇਦ ਉੱਪਰ, ਕੁਛ ਉੱਪਰ ਦੇ 150 ਕਰੋੜ, ਉਹ ਤੋਂ ਇਲਾਵਾ ਲਗਭਗ 1400 ਕਰੋੜ ਰੁਪਈਏ ਦੀ ਤਾਂ ਪਬਲਿਸਿਟੀ ਪੰਜਾਬ ਦੇ ਵਿੱਚ ਖਰਚ ਚੁੱਕੇ ਨੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ। ਇੱਥੇ ਆਈ ਗੱਲਾਂ ਕਰਦੇ ਆ ਕਿ ਕਾਰਪੋਰੇਟ ਨੂੰ ਅਸੀਂ ਕਰਾਂਗੇ, ਅਸੀਂ ਸਰਕਾਰੀ ਸਕੂਲ ਚਲਾਵਾਂਗੇ, ਅਸੀਂ ਸਰਕਾਰੀ ਬੱਸਾਂ ਚਲਾਵਾਂਗੇ, ਅਸੀਂ ਸਰਕਾਰੀ ਤੌਰ 'ਤੇ ਸ਼ਰਾਬ ਦਾ ਜਿਹੜੇ ਠੇਕੇ ਉਹ ਖਤਮ ਦੂਜੇ ਤਰ੍ਹਾਂ ਕਰਾਂਗੇ, ਉਹਦੀ ਡਿਸਟ੍ਰੀਬਿਊਸ਼ਨ ਕਰਾਂਗੇ। ਇਹ ਗੱਲਾਂ ਕਰਦੇ ਨੇ ਨਾ ਦਿੱਲੀ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਜੋ ਕੁਝ ਵੀ ਇਹ ਪੰਜਾਬ 'ਚ ਵਾਅਦਾ ਕਰ ਰਹੇ ਆ ਉਹਦਾ ਦਿੱਲੀ ਦੇ ਵਿੱਚ 1% ਵੀ ਲਾਗੂ ਨਹੀਂ ਕੀਤਾ ਹੋਇਆ। ਇੱਥੇ ਕਹਿੰਦੇ ਨੇ ਅਸੀਂ ਪਤਾ ਨਹੀਂ ਲੇਡੀਜ਼ ਨੂੰ ਕੀ ਦੇ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਸਾਰਾ ਹੀ ਮੈਂ ਚੈੱਕ ਕੀਤਾ, ਦਿੱਲੀ ਵਿੱਚ ਇੱਕ ਚੀਜ਼ ਵੀ ਨਹੀਂ ਕੀਤੀ ਹੋਈ। ਲੇਕਿਨ ਮੈਂ ਫੋਕਸ ਕਰਨਾ ਚਾਹੁੰਦਾ ਇਹਦੇ ਕਾਰਪੋਰੇਟ ਦਾ ਸਟੂਜ ਹੋਣ ਦਾ, ਕਾਰਪੋਰੇਟ ਦਾ ਪਲਾਂਟ ਇਨ ਪੰਜਾਬ ਦੀ ਜਿਹੜੀ ਜ਼ਮੀਨ ਹੈ ਨਾ, ਇਹ ਬਹੁਤ ਜ਼ਰਖੇਜ਼ ਹੈ। ਇੱਥੇ ਜ਼ਰਖੇਜ਼ ਦਾ ਮਤਲਬ ਕਿ ਬਹੁਤ ਫਰਟਾਈਲ ਹੈ। ਉੱਥੇ ਕੋਈ ਚੀਜ਼ ਇਹਨਾਂ ਨੂੰ ਲੱਗਦਾ ਕਿ ਕੁਝ ਵੀ ਪਲਾਂਟ ਕਰ ਦਈਏ ਹੋ ਜਾਏਗਾ। ਤਾਂ ਕੇਜਰੀਵਾਲ ਨੂੰ ਪਲਾਂਟ ਕੀਤਾ ਗਿਆ ਪੰਜਾਬ ਦੇ ਵਿੱਚ ਬਾਈ ਦੀ ਐਂਟੀ ਸਿੱਖ ਲੌਬੀ ਐਂਡ ਬਾਈ ਕਾਰਪੋਰੇਟਸ। ਬੀਜੇਪੀ ਦੇ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਲਾਲਪੁਰਾ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਨਸ਼ੇ ਦੇ ਸੌਦਾਗਰ ਕਿੱਥੇ-ਕਿੱਥੇ ਬੈਠੇ ਨੇ। ਇਕਬਾਲ ਸਿੰਘ ਲਾਲਪੁਰਾ ਰੂਪਨਗਰ ਤੋਂ ਬੀਜੇਪੀ ਦੀ ਟਿਕਟ ਤੇ ਚੋਣਾਂ ਲੜ ਰਹੇ ਨੇ। ਮੇਰੇ ਤਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਸਮਾਂ ਇੱਕ ਨਵੇਂ ਸੂਰਜ ਨੂੰ ਜਗਾਈਏ, ਇੱਕ ਨਵੀਂ ਆਸ਼ਾ ਦੀ ਕਿਰਨ ਲੈ ਕੇ ਆਈਏ। ਮੈਂ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਸੀ। ਆ ਮੇਰੇ ਕੋਲ ਕੇਸ ਮੈਂ ਮੰਗਿਆ ਇਹਨਾਂ ਤੋਂ ਕਿ ਅਨੰਦਪੁਰ ਸਾਹਿਬ ਜਿਹੜਾ ਬੇਅਦਬੀ ਹੋਈ ਹੈ ਇਹਦਾ ਤੁਸੀਂ ਜਵਾਬ ਦਿਓ। ਚੀਫ ਸੈਕਟਰੀ ਨੇ ਰਿਪੋਰਟ ਕਾਲ ਕੀਤੀ, ਮੇਰੇ ਕੋਲ ਰਿਪੋਰਟ ਆ ਗਈ ਜੀ, ਸਾਨੂੰ ਪਤਾ ਹੀ ਨਹੀਂ ਲੱਗਾ ਉਹਨੇ ਕਿਉਂ ਆ ਲਾਈ ਹੈ। ਆਈ ਸੈਂਟ ਇਟ ਬੈਕ ਕਿ ਤੁਸੀਂ ਯਾਰ ਇਹਦਾ ਮੋਟਿਵ ਤੋਂ ਬਿਨਾਂ ਕ੍ਰਾਈਮ ਨਹੀਂ ਹੁੰਦਾ। ਤੁਸੀਂ ਕਹਿੰਦੇ 2019 ਦੇ ਵਿੱਚ ਵੀ ਕ੍ਰਾਈਮ ਹੋਇਆ। ਸੈਂਡ ਮੀ ਅ ਡਿਟੇਲਡ ਰਿਪੋਰਟ। ਵਾਈ ਆਰ ਯੂ ਮੇਕਿੰਗ ਫੂਲ ਆਫ ਦਾ ਪੀਪਲ। ਸੋ ਅਸੀਂ ਐਡਮਿਨਿਸਟ੍ਰੇਸ਼ਨ ਕੀਤੀ ਹੈ, ਜਾਣਦੇ ਆ ਇਮਾਨਦਾਰੀ ਨਾਲ ਐਡਮਿਨਿਸਟ੍ਰੇਸ਼ਨ ਕੀਤੀ ਹੈ, ਸਰਕਾਰ ਦੇ ਅੱਗੇ ਖੜੇ ਹੋ ਕੇ ਐਡਮਿਨਿਸਟ੍ਰੇਸ਼ਨ ਕੀਤੀ ਹੈ, ਇਨਸਾਫ ਦਿੱਤਾ ਹੈ, ਇਨਸਾਫ ਇਨਸ਼ੋਰ ਕਰਾਂਗੇ, ਐਜੂਕੇਸ਼ਨ ਇਨਸ਼ੋਰ ਕਰਾਂਗੇ, ਡਿਵੈਲਪਮੈਂਟ ਇਨਸ਼ੋਰ ਕਰਾਂਗੇ ਤੇ ਲੋਕਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੁੰਦਾ। ਇਹ ਲੋਕ ਇੱਕ ਹੜ ਬਣ ਕੇ ਸਾਡੇ ਨਾਲ ਹੈ। ਮੈਂ ਇੱਥੋਂ ਦਾ ਹੀ ਖੂਨ ਹੈਗਾ, ਇੱਥੇ ਦਾ ਹੀ ਰਿਸ਼ਤੇਦਾਰ ਹੈ, ਇੱਥੋਂ ਦਾ ਹੀ ਰਹਿਣ ਵਾਲਾ ਆ। ਮੈਨੂੰ ਮੇਰੇ ਬਜ਼ੁਰਗਾਂ ਨੂੰ ਵੀ ਲੋਕ ਜਾਣਦੇ ਆ, ਮੇਰੇ ਭੈਣਾਂ ਭਰਾਵਾਂ ਸਭ ਨੂੰ ਲੋਕ ਜਾਣਦੇ। ਅਸੀਂ ਇੱਕ ਹੈਗੇ ਆ। ਆਪਣੇ ਇਸ ਇਲਾਕੇ ਦੇ ਵਿਕਾਸ ਲਈ ਇੱਕੋ ਹੀ ਜਿਹੜਾ ਹੈ ਮੈਂ ਆਪਣੇ ਆਪ ਨੂੰ ਅੱਗੇ ਪੇਸ਼ ਕੀਤਾ, ਬਾਕੀ ਸਾਰਾ ਲੋਕਾਂ ਦੇ ਹੱਥ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਮੀਡੀਆ ਦੇ ਰੂਬਰੂ ਹੋਏ। ਇਸ ਮੌਕੇ ਨਵਜੋਤ ਸਿੰਘ ਸਿੱਧੂ ਉੱਪਰ ਉਹਨਾਂ ਤਿੱਖਾ ਸਿਆਸੀ ਹਮਲਾ ਕੀਤਾ। ਅਰਵਿੰਦ ਕੇਜਰੀਵਾਲ ਨੂੰ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਲਿਆ ਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਵੀ ਉਹਨਾਂ ਨੇ ਕੀਤਾ। ਹਾਰ ਸਾਹਮਣੇ ਦਿਸਦੀ ਆ, ਜੋ ਲੋਕਾਂ ਨੂੰ ਬੇਇੱਜ਼ਤ ਕੀਤਾ। ਲੋਕ ਗੁਰੂ ਦਾ ਰੂਪ ਹੁੰਦੇ ਆ, ਪਰਮਾਤਮਾ ਲੋਕਾਂ 'ਚ ਵੱਸਦਾ। ਉਹਨਾਂ ਦੀ ਤੁਸੀਂ ਬੇਇੱਜ਼ਤੀ ਕਰੋ, ਉਹਨਾਂ ਨਾਲ ਘਮੰਡ ਕਰੋ, ਹੰਕਾਰ 'ਚ ਪੇਸ਼ ਆਓ। ਹੁਣ ਜਿੰਨਾ ਮਰਜ਼ੀ ਜਾਦੂ ਟੂਣਾ ਕਰ ਲੋ, ਰੱਬ ਨੇ ਤਾਂ ਨਹੀਂ ਬਖਸ਼ਣਾ, ਰੱਬ ਦੇ ਲੋਕਾਂ ਨੇ ਨਹੀਂ ਬਖਸ਼ਣਾ। ਮੈਂ ਕਹਿੰਦਾ ਜੀ ਇਹ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ, ਜਿਹੜਾ ਬੰਦਾ ਰੂਰਲ ਕਨਸਟੀਟੂਐਂਸੀਜ਼ ਤੁਹਾਡੀਆਂ ਸਭ ਤੋਂ ਵੱਡੇ ਮਾਰਜਨ ਨਾਲ ਐਮਪੀ ਦੀ ਸੀਟ ਜਿੱਤੇ, ਬਾਬਾ ਬਕਾਲਾ ਸਾਹਿਬ ਦੀ ਸੀਟ ਜਿੱਤਣ ਔਰ ਬਾਈ ਇਲੈਕਸ਼ਨ 'ਚ ਵੀ ਨਵੀਂ ਸਰਕਾਰ ਨੂੰ ਚੁਣੌਤੀ ਦੇ ਜਾਣ। ਉਹਨਾਂ ਦੇ ਹਜ਼ਾਰਾਂ ਸਾਥੀਆਂ ਸਮੇਤ ਪੀੜ੍ਹੀ ਦਰ ਪੀੜ੍ਹੀ ਕਾਂਗਰਸ 'ਚੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਜਾਣ। ਇਹ ਤੋਂ ਵੱਡਾ ਫੇਲੀਅਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਾਸਤੇ ਜਾਂ ਰਾਹੁਲ ਗਾਂਧੀ ਵਾਸਤੇ ਕੀ ਹੋ ਸਕਦਾ? ਕੱਲੇ ਈਸਟ 'ਚ ਨਹੀਂ, ਈਸਟ 'ਚ ਤਾਂ ਸਾਰਾ ਵੇਰਕਾ ਆ ਗਿਆ। ਟਿਕਟਾਂ ਵੇਚਣ ਦੇ ਇਲਜ਼ਾਮ ਲਾਏ ਈਸਟ, ਸਾਰਾ ਅੰਮ੍ਰਿਤਸਰ ਸਾਹਿਬ, ਸਾਊਥ, ਸਾਰੀ ਤਰਨਤਾਰਨ ਸਾਹਿਬ ਦੀਆਂ ਸੀਟਾਂ, ਸਾਰੇ ਅੰਮ੍ਰਿਤਸਰ ਸਾਹਿਬ ਦੀਆਂ ਸੀਟਾਂ, ਕਿਉਂਕਿ 4 ਪੀੜ੍ਹੀਆਂ ਤੋਂ ਕਾਂਗਰਸੀ ਇਹਨਾਂ ਦੇ ਅੰਮ੍ਰਿਤਸਰ ਰਹਿੰਦੇ ਆ। ਪੋਲਿਟਿਕਸ ਤਰਨਤਾਰਨ ਸਾਹਿਬ ਦੀ ਤੇ ਬਾਬਾ ਬਕਾਲਾ ਸਾਹਿਬ ਦੀ ਕਰਦੇ, ਸੋ ਇਹਨਾਂ ਦੇ ਸੈੱਲ ਹਰ ਥਾਂ ਤੇ ਹੀ ਹੈ। ਮੇਰੇ ਹਲਕੇ ਮਜੀਠੇ 'ਚ ਵੀ ਨੇ, ਭਰਾ ਨੇ ਇਹਨਾਂ ਦੇ। ਹਰ ਜਗ੍ਹਾ ਇਹ 4-5 ਹਜ਼ਾਰ ਵੋਟ, 10,000 ਵੋਟ, 20,000 ਵੋਟ, 30,000 ਵੋਟ ਨੂੰ ਪ੍ਰਭਾਵਿਤ ਆਡਾ ਥਾਵਾਂ ਤੇ ਬੜਾ ਕੁਝ ਹੋਣਾ। ਸੂਬੇ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ।
ਧੰਨਵਾਦ।